नुकसान होया जी, बहुत बुरा हाल है। अच्छा हाँ जी, मरने ਨੂੰ ਜੀ ਕਰਦਾ ਹੈ। ठीक है जी। ਤੁਸੀਂ ਉਹ ਨਾ ਕਰੋ। हाँ जी, ਤੁਹਾਡੀ ਮੰਗ ਜਿਹੜੀ ਹੈ ਸਰਕਾਰ ਤੱਕ ਅਸੀਂ ਪਹੁੰਚਾਵਾਂਗੇ। ठीक है जी। ਤੁਸੀਂ ਭਰੋਸਾ ਰੱਖੋ। ਤੁਹਾਡੀ ਕਿੰਨੀ ਝੋਨੇ ਦੀ ਫਸਲ ਕਿੰਨੇ साढ़े 6 ਕਿੱਲੇ ਮੇਰੇ ਬਰਬਾਦ ਹੋ ਗਏ ਜੀ। 6 ਦੇ 6 ਬਣੇ ਸੀ हाँ जी, ਤੇ ਪਹਿਲਾਂ ਦੱਸਿਆ ਜਾ ਰਿਹਾ ਕਿ ਗਊਆਂ ਦੇ ਵਿੱਚ ਵੀ ਇਹ ਵਾਇਰਸ ਹੈ। साढ़े गायां भी मर गई जी। ਬਈ ਰੋ ਨਾ, ਕੋਈ ਗੱਲ ਨਹੀਂ, ਤੁਹਾਡੇ ਨਾਲ ਹੈ ਬਾਈ ਜੀ, ਕੋਈ ਗਰੀਬ ਬਾਈ ਰੋਣਾ ਹੀ ਪੱਲਾ ਸਾਡਾ। ਤੁਹਾਡੇ ਨਾਲ ਹੈ ਬਾਈ ਜੀ, ਤੁਸੀਂ ਟੈਨਸ਼ਨ ਨਾ ਲਓ। ਤੁਹਾਡੀ ਜਿਹੜੀ ਆਵਾਜ਼ ਹੈ ਅਸੀਂ ਸਰਕਾਰਾਂ ਤੱਕ ਜ਼ਰੂਰ ਪਹੁੰਚਾਵਾਂਗੇ। ਤੇ ਤੁਸੀਂ ਬਹੁਤ ਕਰੜਾ ਦਿਲ ਕਰਕੇ ਦੇਖਿਆ ਸੀ, ਆਪਣੀ ਜਿਹੜੀ ਫਸਲ ਬੜੀ ਪੁੱਤਾਂ ਵਾਂਗੂ ਪਾਲੀ ਸੀ, ਬੜੀ ਬੁਰਾ ਕਾਰਨ ਕੀ ਰਿਹਾ? ਕੋਈ ਸਪਰੇਹਾਂ ਕੰਮ ਨਹੀਂ ਕੀਤੀਆਂ, ਕੀ ਕਾਰਨ ਰਿਹਾ? ਬਾਈ ਕਿਆ ਦੱਸੀਏ, ਬਹੁਤ ਬੁਰਾ ਹਾਲ ਹੈ, ਕੁਛ ਨਾ ਪੁੱਛੋ, ਕਿਆ ਦੱਸਣ ਨੂੰ ਰਿਹਾ ਹੀ ਕੁਛ ਨਹੀਂ ਜੀ। ਜਿਹੜੀ ਆਪਣੀ ਇਹ ਝੋਨੇ ਦੀ ਫਸਲ ਸੀ ਜਿਹੜੀ ਉਹ ਹੋਈ ਹੈ ਬਾਈ ਜੀ ਸਾਡੇ ਪਿੰਡ ਤਕਰੀਬਨ 90-95% ਖਰਾਬਾ ਹੋਇਆ ਬਾਈ, ਬਰਬਾਦ ਹੋ ਗਈ ਜੀ ਸਿਰੇ ਪਰ ਆ ਕੇ ਫਸਲ। ਅਸੀਂ ਆੜ੍ਹਤੀਆਂ ਤੇ ਕਰਜ਼ੇ ਲੈ ਕੇ ਆਪਣਾ ਜ਼ਮੀਨ ਠੇਕਿਆਂ ਤੇ ਲਈਆਂ ਹੋਈਆਂ, ਕਿਸੇ ਦੇ ਘਰ ਦੀ ਪੈਲੀ ਨਹੀਂ ਜੀ ਹੈ। ਤੇ ਦੂਜੀ ਗੱਲ ਦਵਾਈਆਂ ਸਪਰੇਹਾਂ ਰੇਹਾਂ ਦੇ ਪੈਸੇ ਸਾਡੇ ਸਿਰ ਖੜੇ ਆ ਜੀ। ਜੀਰੀ ਫਿਰ ਗੁਜ਼ਾਰਾ ਕਰਨਾ ਬੜਾ ਮੁਸ਼ਕਲ ਹੋਣਾ ਕਿ ਸਾਰੀ ਫਸਲ ਹੀ ਬੱਚੇ ਬਹੁਤ ਤੰਗ ਹੈ ਜੀ, ਫੀਸਾਂ ਦੇਣੀਆਂ ਪੈਂਦੀਆਂ, ਜਿਹੜੇ ਪੜ੍ਹਦੇ ਆ ਉਹ ਔਖਾ ਹੋ ਗਿਆ ਜਮੀ। ਛੋਟੇ ਛੋਟੇ ਬੱਚੇ ਨੂੰ ਪੜ੍ਹਾਉਣੇ ਤੇ ਕਿਆ ਪਤਾ ਹਟਾਉਣੇ ਪੈਣੇ। ਪੁੱਤਾਂ ਵਾਂਗੂ ਪਾਲੀ ਫਸਲ ਝੋਨੇ ਦੀ ਆਖਿਰ ਕਿਸਾਨਾਂ ਨੂੰ ਬਾਣੀ ਪੈ ਰਹੀ ਹੈ। ਦੱਸ ਦਿੰਦੇ ਹਾਂ ਕਿ ਭਿਆਨਕ ਬਿਮਾਰੀ ਪੈ ਗਈ, ਜਿਹਦੇ ਕਾਰਨ ਕਿਸਾਨ ਨੇ ਬਹੁਤ ਸਪਰੇਹਾਂ, ਬਹੁਤ ਤਰ੍ਹਾਂ ਦੇ ਉਪਰਾਲੇ ਕੀਤੇ, ਪਰ ਆਪਣੀ ਫਸਲ ਨੂੰ ਬਚਾ ਨਹੀਂ ਸਕਿਆ। ਤਾਂ ਆਖਰ ਨੂੰ ਕਿਸਾਨ ਨੂੰ ਉਹੀ ਝੋਨੇ ਦੀ ਫਸਲ ਬਾਣੀ ਪੈ ਰਹੀ ਹੈ। ਇਹ ਜਿਹੜੀ ਤਸਵੀਰ ਤੁਹਾਨੂੰ ਦਿਖਾਉਣ ਜਾ ਰਹੇ ਹਾਂ, ਮੋਹਾਲੀ ਜ਼ਿਲ੍ਹੇ ਦੇ ਪਿੰਡ ਮੁੰਦੋ ਸੰਗਤੀਆਂ, ਜਿੱਥੇ ਕਿ ਪਹਿਲਾਂ ਵੀ ਗੜੇਮਾਰੀ ਨਾਲ ਫਸਲਾਂ ਖਰਾਬ ਹੋਈਆਂ ਸੀ, ਪਰ ਇਹ ਤੁਸੀਂ ਦੇਖੋ ਕਿਸਾਨ ਰੂਟਾਵੀਟਰ ਦੇ ਨਾਲ ਆਪਣੀ ਜਿਹੜੀ ਝੋਨੇ ਦੀ ਫਸਲ ਖਰਾਬ ਹੋਈ ਹੈ ਬਿਮਾਰੀ ਦੇ ਕਾਰਨ, ਤਾਂ ਉਸ ਨੂੰ ਵਾਹਣ ਲਈ ਮਜਬੂਰ ਹੋ ਗਿਆ। ਤੁਸੀਂ ਦੇਖੋ ਕਿ ਇਹ ਜਿਹੜੀ ਦਿਖਾ ਰਹੇ ਤੁਹਾਨੂੰ ਤਸਵੀਰ, ਝੋਨੇ ਦੀ ਫਸਲ ਬਿਲਕੁਲ ਖਰਾਬ ਹੋਣ ਕਾਰਨ ਆਖਰ ਦਾ ਦਿਲ ਕਰਕੇ ਕਿਸਾਨ ਨੂੰ ਇਹ ਕਦਮ ਚੁੱਕਣਾ ਪੈ ਰਿਹਾ ਹੈ। ਤਾਂ ਅੱਜ ਕਿਸਾਨ ਰੋ ਰਿਹਾ ਹੈ, ਕੁਰਲਾ ਰਿਹਾ ਹੈ। ਤਾਂ ਇਸ ਨੂੰ ਲੈ ਕੇ ਰੋਕਾਂਗੇ ਬਾਈ ਨੂੰ ਕਿ ਬਾਈ ਜੀ ਕਾਰਨ ਕੀ ਰਿਹਾ? ਕਿ ਦੇਖਿਆ ਸੀ ਤੁਸੀਂ ਬੜੇ ਰੋ ਕੇ ਆਪਣੀ ਫਸਲ ਨੂੰ ਬਾਹਰ ਰਹੇ ਸੀ। ਬਾਈ ਰੋ ਨਾ, ਕੋਈ ਗੱਲ ਨਹੀਂ, ਤੁਹਾਡੇ ਨਾਲ ਹੈ ਬਾਈ ਜੀ, ਕੋਈ ਗਰੀਬ ਬਾਈ ਰੋਣਾ ਹੀ ਪੱਲਾ ਸਾਡਾ। ਤੁਹਾਡੇ ਨਾਲ ਹੈ ਬਾਈ ਜੀ, ਤੁਸੀਂ ਟੈਨਸ਼ਨ ਨਾ ਲਓ। ਤੁਹਾਡੀ ਜਿਹੜੀ ਆਵਾਜ਼ ਹੈ ਅਸੀਂ ਸਰਕਾਰਾਂ ਤੱਕ ਜ਼ਰੂਰ ਪਹੁੰਚਾਵਾਂਗੇ। ਤੇ ਤੁਸੀਂ ਬਹੁਤ ਕਰੜਾ ਦਿਲ ਕਰਕੇ ਦੇਖਿਆ ਸੀ, ਆਪਣੀ ਜਿਹੜੀ ਫਸਲ ਬੜੀ ਪੁੱਤਾਂ ਵਾਂਗੂ ਪਾਲੀ ਸੀ, ਬੜੀ ਬੁਰਾ ਹਾਲ ਹੈ, ਪੁੱਛੋ ਨਾ ਜੀ ਕੁਛ ਤੁਸੀਂ। ਬਾਈ ਕਾਰਨ ਕੀ ਰਿਹਾ? ਕੋਈ ਸਪਰੇਹਾਂ ਕੰਮ ਨਹੀਂ ਕੀਤੀਆਂ, ਕੀ ਕਾਰਨ ਰਿਹਾ? ਬਾਈ ਕਿਆ ਦੱਸੀਏ, ਬਹੁਤ ਬੁਰਾ ਹਾਲ ਹੈ, ਕੁਛ ਨਾ ਪੁੱਛੋ, ਕਿਆ ਦੱਸਣ ਨੂੰ ਰਿਹਾ ਹੀ ਕੁਛ ਨਹੀਂ ਜੀ। ਬਰਬਾਦੀ ਵਾਲਾ ਕੰਮ ਹੋਇਆ ਬਾਈ। ਨਹੀਂ ਬਾਈ ਕਿੰਨੇ ਏਕੜ ਜਿਹੜੀ ਆਪਣੀ ਇਹ ਝੋਨੇ ਦੀ ਫਸਲ ਸੀ ਜਿਹੜੀ ਉਹ ਹੋਈ ਹੈ? ਬਾਈ ਜੀ ਸਾਡੇ ਪਿੰਡ ਤਕਰੀਬਨ 90-95% ਖਰਾਬਾ ਹੋਇਆ ਬਾਈ, ਬਰਬਾਦ ਹੋ ਗਈ ਜੀ ਸਿਰੇ ਪਰ ਆ ਕੇ ਫਸਲ। ਅਸੀਂ ਆੜ੍ਹਤੀਆਂ ਤੇ ਕਰਜ਼ੇ ਲੈ ਕੇ ਆਪਣਾ ਜ਼ਮੀਨ ਠੇਕਿਆਂ ਤੇ ਲਈਆਂ ਹੋਈਆਂ, ਕਿਸੇ ਦੇ ਘਰ ਦੀ ਪੈਲੀ ਨਹੀਂ ਜੀ ਹੈ। ਤੇ ਦੂਜੀ ਗੱਲ ਦਵਾਈਆਂ ਸਪਰੇਹਾਂ ਰੇਹਾਂ ਦੇ ਪੈਸੇ ਸਾਡੇ ਸਿਰ ਖੜੇ ਆ ਜੀ। ਜੀਰੀ ਤੇ ਸਾਨੂੰ ਆਸ ਸੀ ਵੀ ਚਲੋ ਵੀ ਅਸੀਂ ਪੈਸੇ ਆ ਜਾਣਗੇ, ਚਲੋ ਉਹਨਾਂ ਦੇ ਦੇ ਦਾਂਗੇ। ਤੇ ਦੂਜੀ ਗੱਲ ਵੀ ਜ਼ਿਮੀਂਦਾਰ ਨੂੰ ਆਸ ਹੁੰਦੀ ਹੈ ਜੀ, ਕਿਸੇ ਨੇ ਵਿਆਹ ਕਰਨਾ ਜੀ, ਕਿਸੇ ਨੇ ਕੋਈ ਆਪਣੇ ਘਰ ਦੀ ਕਬੀਲਦਾਰੀ ਦਾ ਕਰਜ਼ਾ ਉਤਾਰਨਾ ਜੀ। ਹੁਣ ਸਾਡਾ ਸਾਰਾ ਆਸਾਂ 'ਤੇ ਪਾਣੀ ਫਿਰ ਗਿਆ ਜੀ। ਅਸੀਂ ਗੌਰਮੈਂਟ ਮੂਹਰੇ ਪੁਰਜੋਰ ਅਪੀਲ ਕਰਦੇ ਹਾਂ ਜੀ, ਸਾਡਾ ਇੱਥੇ ਆ ਕੇ ਚੈੱਕ ਕਰਿਆ ਜਾਵੇ ਜੀ, ਦੇਖ ਕੇ ਸਾਨੂੰ ਬਣਦਾ ਮੁਆਵਜ਼ਾ, ਵੱਧ ਤੋਂ ਵੱਧ ਮੁਆਵਜ਼ਾ ਦਿੱਤਾ ਜਾਵੇ। ਭਾਈ ਅਸੀਂ ਦੇਖਿਆ ਟਰੈਕਟਰ ਤੁਸੀਂ ਬੈਠੇ ਸੀ, ਪਰ ਇਹ ਲੱਗਦਾ ਸੀ ਕਿ ਇੱਕ ਬੰਦਾ ਮਰ ਕੇ ਬੈਠਿਆ ਹੁੰਦਾ, ਆਪਣਾ ਬਿਲਕੁਲ ਦਿਲ ਤੋੜ ਕੇ, ਬਿਲਕੁਲ ਕਰੜਾ ਦਿਲ ਕਰਕੇ ਆਪਣੀ ਫਸਲ ਜਿਹੜੀ ਆਪ ਲਾਈ, ਆਪੇ ਉਸ ਨੂੰ ਬਾਣੀ ਪੈ ਰਹੀ ਹੈ। ਬੜਾ ਮੁਸ਼ਕਲ ਸਮਾਂ ਸੀ। ਪਰਿਵਾਰ ਨੂੰ ਦੱਸ ਕੇ ਆਇਓ ਬਾਈ ਘਰ? ਬਾਈ ਪਰਿਵਾਰ ਨੂੰ ਪਤਾ ਜੀ ਸਾਰਾ ਕੁਛ, ਬਾਕੀ ਹੁਣ ਪੁੱਤਾਂ ਮੰਗਣਾ ਪਾਲੀ ਹੋਈ ਫਸਲ ਹੈ ਜੀ, ਮਜਬੂਰੀ ਹੈ ਜੀ। ਹੁਣ ਅਸੀਂ ਕਿਆ ਕਰ ਸਕਦੇ ਹਾਂ ਜੀ? ਅੱਗੇ ਜਿਹੜੇ ਬੰਦੇ ਗੱਲਾਂ ਸੁਣਨ ਚਾਹੁੰਦੇ ਕਹਿੰਦੇ ਜੀ ਜੇ ਇਹਦਾ ਵਾਇਰਸ ਉਹ ਕਹਾਂ ਕਣਕ 'ਚ ਵੀ ਆ ਸਕਦਾ, ਸਾਨੂੰ ਐਂ ਵੀ ਚਲੋ ਬਾਅਦ ਨੇ ਵਾਹ ਕੇ ਧੁੱਪਾਂ ਲੱਗ ਜੂਗੀ ਖੇਤਾਂ ਨੂੰ। ਕਣਕ ਸਾਨੂੰ ਤਾਂ 2 ਸਾਲ ਹੋ ਗਏ, ਪਿਛਲੇ ਕਣਕ ਦੇ ਸੀਜ਼ਨ 'ਚ ਵੀ ਮਰ ਗਏ ਜ਼ਿਮੀਂਦਾਰ ਜੀ ਇਹਨਾਂ ਪਿੰਡਾਂ ਦੇ। ਬਾਈ ਕਿੰਨਾ ਖਰਚਾ ਹੋ ਗਿਆ ਸੀ ਪੂਰੀ ਫਸਲ ਦੇ ਉੱਤੇ ਜਿਹੜੀ
ਤੁਹਾਨੂੰ ਇੱਕ ਕੌੜਾ ਅੱਖ ਚੱਬਣਾ ਪੈ ਰਿਹਾ ਇਸ ਕਾਰਨ? ਬਾਈ ਜੀ ਖਰਚਾ ਤਾਂ 40,000 ਰੁਪਇਆ ਠੇਕੇ ਤੇ ਪੈਲੀਆਂ ਲਈਆਂ ਹੋਈਆਂ ਜੀ, 25-25 30-30 ਰੁਪਇਆ ਖਰਚਾ ਹੋਇਆ ਜੀ ਇਹਨਾਂ ਤੇ। ਹੁਣ ਬਾਕੀ ਐ ਨਹੀਂ ਪਤਾ ਜੀ ਬੀਜਾਂ 'ਚ ਖਰਾਬੀ ਹੈ ਕਿ ਦਵਾਈਆਂ 'ਚ ਖਰਾਬੀ ਹੈ, ਇਹ ਗਵਰਨਮੈਂਟ ਦਾ ਹੱਕ ਫਰਜ਼ ਬਣਦਾ ਜੀ ਉਹ ਇਹਨਾਂ ਨੂੰ ਚੈੱਕ ਕਰਿਆ ਜਾਂ ਜੋ ਵੀ ਹੈ ਸਾਨੂੰ ਜੋ ਦੱਸਦੇ ਅਸੀਂ ਕਰਦੇ ਹਾਂ ਜੀ, ਪਰ ਫਾਇਦਾ ਸਾਨੂੰ 1% ਨਹੀਂ ਹੋ ਰਿਹਾ ਜੀ। ਕਿ ਕਿਹੜਾ ਬੀਜ ਪਾਇਆ ਸੀ ਇਹਦੇ 'ਚ, ਕਿ ਕਿੱਥੋਂ ਲਿਆਏ ਸੀ? PR 121 ਪਾਇਆ ਦਾ ਜੀ। ਅੱਛਾ ਹਾਂਜੀ ਹਾਂ। ਅੱਛਾ, ਜਿਹੜਾ ਦੱਸਿਆ ਹਾਈਬ੍ਰਿਡ ਜਿਹੜਾ ਬੀਜ ਹੈ ਉਹਦੇ 'ਚ ਕੋਈ ਪ੍ਰੋਬਲਮ ਨਹੀਂ ਆ ਰਹੀ, ਕੋਈ ਇਦਾਂ ਦਾ ਵੀ ਆਇਆ ਸਾਹਮਣੇ? ਨਹੀਂ ਜੀ ਵੀਰੇ ਹਾਈਬ੍ਰਿਡ 'ਚ ਵੀ ਪ੍ਰੋਬਲਮ ਆਈ ਹੋਈ ਹੈ ਜੀ, ਹਾਈਬ੍ਰਿਡ 'ਚ ਵੀ ਪ੍ਰੋਬਲਮ ਇਸ ਨੂੰ ਲੈ ਕੇ ਜਦੋਂ ਜਿਹੜੀਆਂ ਸਪਰੇਹਾਂ ਨੇ ਉਹਨਾਂ ਕਾਰਨ ਤੁਸੀਂ ਜਿਹੜੇ ਡਾਕਟਰ ਮਾਹਿਰ ਨੇ ਖੇਤੀਬਾੜੀ ਦੇ ਉਹਨਾਂ ਨਾਲ ਕੋਈ ਗੱਲਬਾਤ ਕੀਤੀ ਹੈ, ਕੋਈ ਤੁਸੀਂ ਉਹਨਾਂ ਨਾਲ ਤੱਕ ਪਹੁੰਚਾਇਆ ਮਾਮਲਾ? ਨਹੀਂ ਜੀ ਡਾਕਟਰਾਂ ਨਾਲ ਤਾਂ ਜੀ ਐਂ ਕਹਿੰਦੇ ਵੀ ਵਾਇਰਸ ਹੈ ਜੀ, ਇਹਦਾ ਕੋਈ ਇਲਾਜ ਨਹੀਂ ਜੀ। ਹੁਣ ਦੱਸੋ ਅਸੀਂ ਕੀ ਕਰੀਏ ਜੀ? ਕਹਿੰਦੇ ਕੋਈ ਇਲਾਜ ਨਹੀਂ ਹੈ ਇਹਦਾ, ਗੱਲ ਕਹਿ ਕੇ ਉਹ ਆਪਣਾ ਪੱਲਾ ਛਡਾ ਲਓ। ਨਹੀਂ ਜ਼ਿਮੀਂਦਾਰ ਕਿਆ ਕਰੇ ਜੀ? ਅੱਛਾ, ਜਿਹੜਾ ਸਰਕਾਰ ਇਹ ਕਹਿ ਰਹੀ ਹੈ ਕਿ ਜਿਹੜਾ ਅਸੀਂ ਟਾਈਮ ਦਿੱਤਾ ਸੀ ਝੋਨਾ ਲਾਉਣ ਵਾਸਤੇ, ਕਿ ਕਈ ਲੋਕਾਂ ਨੇ ਉਸ ਤੋਂ ਪਹਿਲਾਂ ਝੋਨਾ ਲਾਇਆ ਕਿ ਤਾਂ ਕਰਕੇ ਕੁਝ ਖਰਾਬੀ ਆ ਰਹੀ ਹੈ, ਤੁਸੀਂ ਕਿਹੜੀ ਡੇਟ ਨੂੰ ਲਾਇਆ ਝੋਨਾ? ਨਹੀਂ ਜੀ ਨਹੀਂ, ਜੂਨ ਦੇ 25 ਜੂਨ ਜਿਹੜੀ 30 ਜੂਨ ਦੇ ਲਗਭਗ ਝੋਨਾ ਲੱਗਿਆ ਹੋਇਆ ਜੀ, ਉਹ ਵੀ ਬਰਬਾਦ ਹੋ ਗਿਆ ਜੀ। ਗਵਰਨਮੈਂਟ ਤਾਂ ਇੱਕ ਆਪਣਾ ਪੱਲਾ ਛਡਾਉਣ ਦੀ ਮਾਰੀ ਕਹਿ ਰਹੀ ਹੈ ਜੀ, ਜਿਹੜਾ ਜ਼ਿਮੀਂਦਾਰ ਆ ਉਹ ਸਾਡੀ ਮੰਨਦਾ ਨਹੀਂ, ਝੋਨਾ ਅਗੇਤਾ ਲਾਉਂਦਾ ਜੀ। ਜਿਹੜਾ 30 ਜੂਨ ਦਾ ਝੋਨਾ ਲੱਗਿਆ ਵਾ ਉਹ ਵੀ ਸਾਡਾ 80% ਖਰਾਬ ਹੋ ਗਿਆ ਜੀ। ਇਸ ਨੂੰ ਲੈ ਕੇ ਬਈ ਤੁਸੀਂ ਤਹਿਸੀਲਦਾਰ ਕੋਈ ਕਾਨੂੰਗੋ ਪਟਵਾਰੀ ਤੱਕ ਨਹੀਂ ਗੱਲਬਾਤ ਕੀਤੀ? ਨਹੀਂ ਜੀ, ਹੁਣ ਅਸੀਂ ਤੁਹਾਡੇ ਚੈਨਲ ਰਾਹੀਂ ਕਹਿੰਦੇ ਆ ਜੀ, ਅਸੀਂ ਤਾਂ ਨਹੀਂ ਕੀਤੀ ਵੀ ਸਾਡਾ ਆਪਣਾ ਖਰਾਬਾ ਦੇਖਿਆ ਜਾਵੇ, ਤੇ ਬਾਕੀ ਸਾਨੂੰ ਮਾਲ ਦਾ ਮੁਆਵਜ਼ਾ ਘੱਟ ਤੋਂ ਘੱਟ ਵੀ 50,000 ਰੁਪਇਆ ਪੰਜਾਬ ਲੈਵਲ ਤੇ ਮਿਲਣਾ ਚਾਹੀਦਾ, ਇਕੱਲੇ ਸਾਡੇ ਪਿੰਡ ਦਾ ਨਹੀਂ ਹੈ ਜੀ, ਇਹ ਸਾਰੇ ਪੰਜਾਬ ਦਾ ਹੀ ਖਰਾਬ ਹੈ ਜੀ। ਅੱਛਾ, ਪਿਛਲੀਆਂ ਸਰਕਾਰਾਂ ਤੋਂ ਬਹੁਤ ਰੋਸ ਨੇ ਕਿਸਾਨਾਂ ਦੇ ਕਿ ਤੁਹਾਡੇ ਪਿੰਡਾਂ ਦੇ ਮੁੰਦੋ ਸੰਗਤੇ ਦੇ ਗੜੇਮਾਰੀ ਦੇ ਪੈਸੇ ਅਜੇ ਤੱਕ ਨਹੀਂ ਮਿਲੇ, 2-3 ਸਾਲ ਹੋ ਗਏ ਮੇਰੇ ਖਿਆਲ। ਨਵੀਂ ਸਰਕਾਰ ਤੋਂ ਕਿਆ ਉਮੀਦ ਲੱਗਦੀ ਹੈ ਤੁਹਾਨੂੰ ਕਿ ਤੁਹਾਡੀਆਂ ਫਸਲਾਂ ਜਿਹੜੀਆਂ ਖਰਾਬ ਹੋਈਆਂ ਨੇ ਬਿਮਾਰੀ ਕਾਰਨ ਮੁਆਵਜ਼ਾ ਮਿਲਣ ਦੀ ਕਿੰਨੀ ਆਸ? ਨਹੀਂ ਜੀ, ਜਿਹੜੀਆਂ ਪੁਰਾਣੀਆਂ ਗਵਰਨਮੈਂਟਾਂ ਜੀ ਉਹ ਤਾਂ 10-15-10,000 ਰੁਪਇਆ ਮੁਆਵਜ਼ਾ ਦਿੰਦੇ, ਤੇ ਇਹਨਾਂ ਨੇ ਬਦਲਾਅ ਕਹਿ ਕੇ ਵੋਟਾਂ ਪਾਈਆਂ ਜੀ। ਅਸੀਂ ਆਮ ਆਦਮੀ ਨੂੰ ਵੋਟਾਂ ਪਾਈਆਂ, ਅਸੀਂ ਅਨਮੋਲ ਗਿੱਲ ਮਾਨ ਨੂੰ ਕੈਬਨਿਟ ਮੰਤਰੀ ਹੈ ਸਾਡੇ ਹਲਕੇ ਦੀ, ਉਹਨੂੰ ਅਪੀਲ ਕਰਨੀ ਚਾਹੁੰਦੇ ਜੀ, ਸਾਨੂੰ ਘੱਟ ਤੋਂ ਘੱਟ 50,000 ਰੁਪਇਆ ਮੁਆਵਜ਼ਾ ਮਿਲਣਾ ਚਾਹੀਦਾ। ਅਸੀਂ ਤਾਂ ਮੰਨਦੇ ਵੀ ਬਦਲਾਅ ਹੈ, ਨਹੀਂ ਕੋਈ ਬਦਲਾਅ ਵਾਲੀ ਗੱਲ ਨਹੀਂ ਜੀ। ਅੱਛਾ, ਕੱਲ ਪਰਸੋਂ ਜਿੱਥੇ ਫਿਰੋਜ਼ਪੁਰ ਪਿੰਡ ਨਿਊ ਚੰਡੀਗੜ੍ਹ ਦੇ ਵਿੱਚ, ਉੱਥੇ ਵੀ ਤੁਹਾਡੇ ਵਰਗੇ ਕਿਸਾਨ ਆਪਣੇ 25 ਏਕੜ ਬਾਣ ਲੱਗਿਆ ਸੀ, ਮਸਾਂ ਹੀ ਚਲੋ ਸਰਕਾਰੀ ਅਧਿਕਾਰੀ ਤਹਿਸੀਲਦਾਰ ਸਾਹਿਬ ਨੇ ਕਹਿ ਕੇ ਰੋਕਿਆ, ਤਾਂ ਅਨਮੋਲ ਗਿੱਲ ਮਾਨ ਤੱਕ ਕੀ ਅਪੀਲ ਹੈ ਤੁਹਾਡੀ? ਅਸੀਂ ਤਾਂ ਜੀ ਉਹਨੂੰ ਅਪੀਲ ਕਰਦੇ ਹਾਂ ਵੀ ਸਾਡਾ ਆਪਣਾ ਉਰੇ ਆ ਕੇ ਆਪਣਾ ਮੌਕਾ ਦੇਖਿਆ ਜੀ, ਮੌਕਾ ਦੇਖਿਆ, ਸਾਨੂੰ ਵੱਧ ਤੋਂ ਵੱਧ ਆਪਣਾ ਮੁਆਵਜ਼ਾ ਦਿੱਤਾ ਜਾਵੇ। ਪਿੰਡ ਵਾਸੀਆਂ ਨੇ ਤੁਹਾਨੂੰ ਖਬਰ ਦਿੱਤੀ ਕਿ ਇੱਥੇ 10-12 ਕਿਸਾਨ ਆਪਣੀ ਝੋਨੇ ਦੀ ਫਸਲ ਬਾਣ ਲੱਗੇ ਆ, ਤਾਂ ਸਾਡੇ ਭਰੋਸੇ ਤੇ ਸਰਕਾਰਾਂ ਦੇ ਤੱਕ ਕੱਲ ਤੱਕ ਤੁਸੀਂ ਕਰ ਸਕਦੇ ਹੋ ਵੇਟ ਬਾਣ ਤੋਂ, ਰੁਕ ਸਕਦੇ ਹੋ ਅੱਜ ਦੇ ਤੋਂ? ਹਾਂਜੀ ਹਾਂ, ਅਸੀਂ ਰੁਕੇ ਹੋਏ ਜੀ, ਤੁਹਾਡੀ ਅਸੀਂ ਲੋਕ ਮਿੱਤ ਹਮੇਸ਼ਾ ਆਏ ਨੇ ਜੀ ਸਾਡੇ ਬੰਦੇ, ਤੁਹਾਡੇ ਚੈਨਲ ਦੇ ਅਸੀਂ ਆਪਣਾ ਬਾਉਣੇ ਤੇ ਖੜ ਗਏ ਜੀ। ਕੱਲ ਪਰਸੋਂ ਦੇ ਅਸੀਂ ਬਾਉਣ ਨੂੰ ਫਿਰਦੇ ਹੀ, ਬੰਦੇ ਕਹਿੰਦੇ ਨਹੀਂ ਨਾ ਵਾਇਓ, ਪਹਿਲਾਂ ਚੈੱਕ ਕਰਾ ਦਿਓ ਆਪਣੀਆਂ ਫਸਲਾਂ, ਉਹਦੇ ਬਾਅਦ ਵਾਇਓ। ਭਰ ਕੇ ਅੱਜ ਕਿਸਾਨ ਜਿਹੜੇ 10-12 ਕਿਸਾਨ ਮੁੰਦੋ ਸੰਗਤੀਆਂ ਦੇ ਸੀ, ਉਹ ਆਪਣੀ ਝੋਨੇ ਦੀ ਫਸਲ ਬਾਣ ਲੱਗੇ ਸੀ ਕਿ ਜਿਹੜੀ ਭਿਆਨਕ ਬਿਮਾਰੀ ਪਈ ਹੈ, ਵਾਇਰਸ ਪਿਆ, ਜਿਹਦੇ ਕਾਰਨ ਪੂਰੇ ਪੰਜਾਬ ਦੀਆਂ ਫਸਲਾਂ ਬਰਬਾਦ ਹੋ ਗਈਆਂ। ਤਾਂ ਕਈ ਲੋਕਾਂ ਨੇ ਕਰਜ਼ਾ ਚੁੱਕਿਆ, ਕਈ ਲੋਕਾਂ ਦੀਆਂ ਠੇਕੇ 'ਤੇ ਜ਼ਮੀਨਾਂ ਸੀ। ਦੱਸਿਆ ਜਾ ਰਿਹਾ ਕਿ ਸਪਰੇਹਾਂ ਨੇ ਵੀ ਕੰਮ ਨਹੀਂ ਕੀਤਾ। ਇਸ ਨੂੰ ਲੈ ਕੇ ਇਹ ਪਿੰਡ ਵਾਸੀ ਖੜੇ ਨੇ, 10-12 ਬੰਦਿਆਂ ਦੀਆਂ ਜ਼ਮੀਨਾਂ ਨੇ ਸਾਹਮਣੇ, ਤੁਹਾਨੂੰ ਦੱਸਦੇ ਝੋਨੇ ਦੀ ਫਸਲ ਲਾਈ ਹੋਈ ਹੈ। ਸੁਮਿਤ ਤਾਂ ਸਾਹਮਣੇ ਦਿਖਾ ਦਿਓ ਜ਼ੂਮ ਕਰਕੇ ਵੀ, ਆਹ ਤੁਸੀਂ ਦੇਖੋ ਕਿ ਸਾਰੀ ਜਿਹੜੀ ਝੋਨੇ ਦੀ ਫਸਲ ਖੜੀ ਹੈ, ਇੱਥੇ ਸਾਰਿਆਂ ਨੂੰ ਬਿਮਾਰੀ ਪੈ ਗਈ। ਤਾਂ ਜਿਹਦੇ ਕਾਰਨ ਹੈ, ਇਹਦਾ ਦੱਸਿਆ ਜਾ ਰਿਹਾ ਕਿ ਕਰਲਾ ਰਿਹਾ, ਪਾਣੀ ਬਹੁਤ ਲਾ ਕੇ ਦੇਖ ਲਿਆ ਕਿਸਾਨਾਂ ਨੇ, ਪਰ ਇਹਦੇ ਵਿੱਚ ਬੀਜ ਨਹੀਂ ਪੈ ਰਿਹਾ, ਜਿਹਦੇ ਕਾਰਨ ਇਹ ਜਿਹੜਾ ਵਾਇਰਸ ਆਇਆ ਫਸਲਾਂ ਦੀ ਫਸਲਾਂ ਬਰਬਾਦ ਕਰਤੀਆਂ। ਕਿਸਾਨ ਪਹਿਲਾਂ ਹੀ ਕਰਜ਼ੇ ਤਲੇ ਦਬਿਆ ਹੋਇਆ ਸੀ। ਹੁਣ ਪਹਿਲਾਂ ਕਿਸਾਨਾਂ ਦੀ ਗੱਲ ਕਰੀਏ ਤਾਂ ਸੰਘਰਸ਼ ਸ਼ੁਰੂ ਕੀਤੇ, ਉਸ ਤੋਂ ਬਾਅਦ ਨਵਾਂ ਕਰੋਨਾ ਮਹਾਮਾਰੀ ਆਈ, ਫਿਰ ਪਸ਼ੂਆਂ ਦੇ ਵਿੱਚ ਇਹ ਵਾਇਰਸ ਆਇਆ, ਹੁਣ ਫਸਲਾਂ ਦੇ ਵਿੱਚ ਆ ਗਿਆ। ਕਿਉਂਕਿ ਅਗਰ ਫਸਲਾਂ ਦੇ ਵਿੱਚ ਵਾਇਰਸ ਇਨਸਾਨਾਂ ਦੇ ਵਿੱਚ ਚਲਾ ਗਿਆ, ਮੁੜ ਕੇ ਫਿਰ ਵੀ ਕੋਈ ਨਾ ਕੋਈ ਭਿਆਨਕ ਬਿਮਾਰੀ ਆ ਸਕਦੀ ਹੈ। ਆਖਰ ਨੂੰ ਕਿਸਾਨ ਨੇ ਅੱਖ ਚੱਬਣਾ ਪਿਆ, ਦੁੱਖ ਦੇ ਨਾਲ ਇਹ ਜਿਹੜੇ ਖੇਤ ਬਾਣੇ ਪਏ। ਤੇ ਮੌਕੇ 'ਤੇ ਹੀ ਇੱਥੇ ਜਦੋਂ ਕਿਸਾਨ ਬਾਣ ਲੱਗੇ ਸੀ 10-12 ਏਕੜ, ਤਾਂ ਦੱਸਿਆ ਜਾ ਰਿਹਾ ਹੈ ਕਿ ਲੋਕ ਹਿੱਤ ਮਿਸ਼ਨ ਦੇ ਮੈਂਬਰ ਪਹੁੰਚੇ, ਬੜੀ ਮੁਸ਼ਕਲ ਦੇ ਨਾਲ ਇਹਨਾਂ ਕਿਸਾਨਾਂ ਨੂੰ ਸਮਝਾਇਆ, ਰੋਕਿਆ ਗਿਆ। ਆਹ ਪਿੰਡ ਵਾਸੀ ਜੇ ਆਪਾਂ ਦਿਖਾਈਏ ਤਾਂ ਇਹ ਸਾਰੇ ਨੇ ਜਿਨ੍ਹਾਂ ਨੇ ਆਪਣੇ ਝੋਨੇ ਦੀ ਫਸਲ ਅੱਜ ਬਾਣੀ ਸੀ। ਬਾਈ ਤੁਸੀਂ ਵੀ ਮਜਬੂਰ ਹੋ ਚੁੱਕੇ ਸੀ ਬਾਣ ਵਾਸਤੇ? ਹਾਂਜੀ। ਕਾਰਨ ਕੀ ਹੈ ਕਿ ਸਪਰੇਹਾਂ ਕੋਈ ਕੰਮ ਨਹੀਂ ਕੀਤੀਆਂ? ਨਹੀਂ, ਸਪਰੇਆਂ ਸਾਰੀਆਂ ਕਰਕੇ ਦੇਖ ਲਈਆਂ ਜੀ, ਅਸੀਂ ਬਥੇਰਾ ਖਰਚਾ ਕਰ ਲਿਆ, ਪਰ ਸਾਡੀ ਕੋਈ ਕਿਸੇ ਵੀ ਸਪਰੇਅ ਨੇ ਕੋਈ ਵੀ ਸਾਨੂੰ 1% ਵੀ ਅਸਰ ਨਹੀਂ ਜੀ ਮਿਲਿਆ ਦਵਾਈ ਦਾ। ਸਾਰਾ ਕੁਝ ਅਸੀਂ ਕਰਕੇ ਬੀਜਾਂ 'ਚ ਕੋਈ ਬੀਜਾਂ 'ਚ ਪ੍ਰੋਬਲਮ ਲੱਗਦੀ ਹੈ, ਕੀ ਹੈ ਪਤਾ ਨਹੀਂ, ਬੀਜਾਂ ਵਿੱਚ ਵੀ ਹੋ ਸਕਦੀ ਹੈ, ਕੋਈ ਵਾਇਰਸ ਵੀ ਹੋ ਸਕਦਾ। ਵਾਇਰਸ ਕਹਿ ਰਹੇ ਆ ਵੀ ਫਸਲਾਂ ਦਾ ਵਾਇਰਸ ਹੈ ਇਹ, ਪਤਾ ਨਹੀਂ ਜੀ ਕੀ ਹੈ ਕੀ ਇਹ ਨਹੀਂ। ਸਾਡੀ ਤਾਂ ਸਾਰੀ ਫਸਲ ਬਰਬਾਦ ਹੋ ਚੁੱਕੀ ਹੈ। ਤੇ ਬਈ ਕੀ ਮੰਗ ਹੈ? ਸਰਕਾਰ ਨਵੀਂ ਬਣੀ ਹੈ, ਵਾਅਦੇ ਕਰ ਰਹੀ ਹੈ ਕਿ ਅਸੀਂ ਕਿਸਾਨਾਂ ਨੂੰ ਖੁਸ਼ਹਾਲ ਬਣਾਵਾਂਗੇ, ਆਸ ਲੱਗਦੀ ਹੈ ਨਵੀਂ ਸਰਕਾਰ ਤੇ?
ਦੇਖੋ ਜੀ ਆਸ ਤਾਂ ਹੈ, ਆਸ ਨਾਲੇ ਸਾਰਾ ਕੁਝ ਹੈ, ਆਸ ਰੱਖਦੇ ਆ, ਆਸ ਨਾਲੇ ਸਾਰਾ ਕੁਝ ਹੈ ਤੇ ਸਾਨੂੰ ਬਣਦਾ ਜੋ ਵੀ ਸਾਡਾ ਮੁਆਵਜ਼ਾ ਸਾਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਸਾਡੇ ਸਾਰੇ ਕੁਝ ਕਿਸਾਨਾਂ ਵੀਰਾਂ ਨੂੰ ਕੋਈ ਨਾ ਕੋਈ ਹੈਲਪ ਮਿਲ ਸਕੇ। ਬਿਲਕੁਲ ਦੇਖੋ ਸਰਕਾਰਾਂ ਕੋਲ ਕੁਦਰਤੀ ਆਫਤ ਆਉਂਦੀ ਹੈ, ਭਾਵੇਂ ਕੋਈ ਹੜ੍ਹ ਆਉਣ, ਭਾਵੇਂ ਕੋਈ ਇਸ ਤਰੀਕੇ ਦੀ ਬਿਮਾਰੀ ਆਵੇ ਤਾਂ ਇਦਾਂ ਦੇ ਫੰਡ ਹੁੰਦੇ ਨੇ, ਤਾਂ ਉਹੀ ਫੰਡਾਂ ਦੇ ਵਿੱਚੋਂ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕਰ ਰਹੇ ਨੇ ਕਿਸਾਨ। ਤੁਸੀਂ ਵਾਹੁਣ ਲੱਗੇ ਸੀ ਅੱਜ? ਹਾਂਜੀ ਹਾਂਜੀ, ਅਸੀਂ ਵਾਹੁਣ ਲੱਗੇ ਸੀ। ਸਾਰੀ ਕਿਉਂ ਸਾਰੇ ਪਿੰਡ ਦੇ ਇਕੱਠੇ? ਬਹੁਤ ਹੀ ਨੁਕਸਾਨ ਹੋਇਆ ਜੀ, ਬਹੁਤ ਬੁਰਾ ਹਾਲ ਹੈ। ਅੱਛਾ, ਹਾਂਜੀ, ਮਰਨੇ ਨੂੰ ਜੀ ਕਰਦਾ ਹੈ। ਠੀਕ ਹੈ ਜੀ, ਤੁਸੀਂ ਉਹ ਨਾ ਕਰੋ। ਹਾਂਜੀ, ਤੁਹਾਡੀ ਮੰਗ ਜਿਹੜੀ ਹੈ ਸਰਕਾਰ ਤੱਕ ਅਸੀਂ ਪਹੁੰਚਾਵਾਂਗੇ। ਠੀਕ ਹੈ ਜੀ, ਤੁਸੀਂ ਭਰੋਸਾ ਰੱਖੋ। ਠੀਕ ਹੈ ਜੀ। ਅਸੀਂ ਆਸ ਕਰਦੇ ਹਾਂ ਜੀ, ਅੱਜ ਜਿਹੜੀ ਸਰਕਾਰ ਬਣੀ ਹੈ। ਕਿੰਨੀ ਝੋਨੇ ਦੀ ਫਸਲ ਕਿੰਨੇ? 6 ਕਿੱਲੇ ਮੇਰੇ ਬਰਬਾਦ ਹੋ ਗਏ ਜੀ। 6 ਦੇ 6 ਬਣੇ ਸੀ। ਹਾਂਜੀ, ਤੇ ਪਹਿਲਾਂ ਦੱਸਿਆ ਜਾ ਰਿਹਾ ਕਿ ਗਊਆਂ ਦੇ ਵਿੱਚ ਵੀ ਇਹ ਵਾਇਰਸ ਸਾਡੇ ਗਾਇਆਂ ਵੀ ਮਰ ਗਈਆਂ ਜੀ। ਅੱਛਾ, ਹਾਂ, ਬਹੁਤ ਬੁਰਾ ਹਾਲ ਹੈ। ਘਰ ਤੇ ਨਿਕਲਣ ਨੂੰ ਜੀ ਨਹੀਂ ਕਰਦਾ। ਪਿੱਛੇ ਫਿਰ ਗੁਜ਼ਾਰਾ ਕਰਨਾ ਬੜਾ ਮੁਸ਼ਕਲ ਹੋਣਾ ਕਿ ਸਾਰੀ ਫਸਲੇ ਬਾਤੀ। ਬੱਚੇ ਬਹੁਤ ਤੰਗ ਹੈ ਜੀ, ਫੀਸਾਂ ਦੇਣੀਆਂ ਪੈਂਦੀਆਂ, ਜਿਹੜੇ ਪੜ੍ਹਦੇ ਆ ਉਹ ਔਖਾ ਹੋ ਗਿਆ ਜਮੀ। ਛੋਟੇ ਛੋਟੇ ਬੱਚੇ ਨੂੰ ਪੜ੍ਹਾਉਣੇ ਤੇ ਕਿਆ ਪਤਾ ਹਟਾਉਣੇ ਪੈਣੇ। ਨਵੀਂ ਸਰਕਾਰ ਤੇ ਨਵੇਂ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਆਸ ਲੱਗਦੀ ਉਹਨਾਂ ਤੇ? ਅਨਮੋਲ ਗਗਨ ਮਾਨ ਤੋਂ ਅਸੀਂ ਪੂਰੀ ਆਸ ਕਰਦੇ ਹਾਂ ਜੀ। ਵੈਸੇ ਬਹੁਤ ਸਾਡੇ ਪਿੰਡ ਦਾ ਮਾਨ ਸਤਿਕਾਰ ਕਰਦੀ ਆ ਉਹ, ਵੀ ਅਸੀਂ ਪੂਰੀ ਉਮੀਦ ਕਰਦੇ ਹਾਂ ਵੀ ਸਾਨੂੰ ਮੁਆਵਜ਼ਾ ਦਿੱਤਾ ਜਾਊਗਾ। ਪਰ ਹੁਣ ਨਵੀਂ ਸਰਕਾਰ ਹੈ, ਪਤਾ ਕਿਆ ਕਰੂਗੀ ਕਿਆ ਨਹੀਂ। ਠੀਕ ਹੈ, ਬਿਲਕੁਲ ਦੇਖੋ ਬਹੁਤ ਆਸਾਂ ਨੇ ਜਿਹੜੇ ਇੱਥੋਂ ਦੇ ਕਿਸਾਨ ਨੇ। ਦੱਸਿਆ ਜਾ ਰਿਹਾ ਕਿ ਸਾਨੂੰ ਮਾਣ ਹੈ। ਬਾਈ ਤੁਸੀਂ ਵੀ ਲੱਗੇ ਸੀ ਬਾਣ? ਹਾਂਜੀ ਹਾਂਜੀ। ਕੀ ਕਾਰਨ ਸਾਰੇ ਪਿੰਡ ਵਾਲੇ ਇਕੱਠੇ ਹੋ ਕੇ 10-12 ਤੁਸੀਂ ਕਿਸਾਨ ਇੱਕਦਮ ਇਹ ਸਾਰੀ ਫਸਲ ਵਾਹਣ ਲਈ ਮਜਬੂਰ ਹੋ? ਹਾਂਜੀ ਹਾਂ, ਉਹ ਕਿਆ ਕਰੀਏ ਜੀ, ਉਹ ਖਰਾਬ ਹੋ ਗਈ ਜੀ, ਦੇਖੀ ਨਹੀਂ ਜਾਂਦੀ ਅੱਖਾਂ ਦੇ। ਅੱਗੇ ਲੱਗਦਾ ਕਿ ਅਗਲੀ ਜਿਹੜੀ ਫਸਲ ਬੀਜੂਗੇ ਉਹਦੇ ਵਿੱਚ ਵੀ ਫਿਰ ਕਿਤੇ ਨਾ ਕਿਤੇ ਵਾਇਰਸ ਆ ਸਹੀ, ਤਾਂ ਕਿ ਡਰਦੇ ਮਾਰੇ ਬਾਹਰ? ਹਾਂਜੀ ਹਾਂ, ਉਹ ਸਿਰਫ ਕਹਿੰਦੇ ਜੀ ਵੀ ਇਹਨੂੰ ਪਹਿਲਾਂ ਬਾਦੋ ਜੀ ਵੀ ਫਿਰ ਕਣਕ ਵੀ ਖਰਾਬ ਹੋ ਜੂਗੀ। ਬਿਲਕੁਲ ਤੁਸੀਂ ਦੇਖੋ ਕਿ ਜਿਹੜੇ ਇਹ ਕਿਸਾਨ ਨੇ, ਅੱਜ ਅਸੀਂ ਇੱਥੇ ਪਹੁੰਚੇ ਹਾਂ। ਕਿਸੇ ਪਿੰਡ ਵਾਸੀ ਨੇ ਫੋਨ ਕੀਤਾ ਸੀ ਕਿ ਇੱਥੇ 10-12 ਕਿਸਾਨ ਆਪਣੀ ਫਸਲ ਵਾਹਣ ਲੱਗੇ ਨੇ। ਮੌਕੇ 'ਤੇ ਆਣ ਕੇ ਇਹਨਾਂ ਨੂੰ ਰੋਕਿਆ ਗਿਆ ਕਿ ਸਰਕਾਰਾਂ ਤੁਹਾਡੀ ਸੁਣਵਾਈ ਕਰਨਗੀਆਂ। ਜਿਸ ਤਰੀਕੇ ਨਾਲ ਪਿੰਡ ਫਿਰੋਜ਼ਪੁਰ ਦੇ ਕਿਸਾਨ ਗੁਰਜੰਟ ਸਿੰਘ ਦੀ ਸੁਣਵਾਈ ਹੋਈ ਹੈ, ਮੰਤਰੀ ਅਨਮੋਲ ਗਗਨ ਮਾਨ ਪਹੁੰਚੇ ਸੀ, ਉਹਨਾਂ ਦੇ ਨਾਲ ਮਹਿਕਮੇ ਦੇ ਅਧਿਕਾਰੀ ਪਹੁੰਚੇ ਸੀ, ਸਖਤ ਹਦਾਇਤਾਂ ਦੇ ਦਿੱਤੀਆਂ ਸੀ। ਤੇ ਅੱਜ ਲੋਕ ਹਿੱਤ ਮਿਸ਼ਨ ਵੀ ਇੱਥੇ ਪਹੁੰਚਿਆ ਹੋਇਆ ਹੈ, ਤਾਂ ਇਹਨਾਂ ਵੱਲੋਂ ਵੀ ਇਹਨਾਂ ਕਿਸਾਨਾਂ ਨੂੰ ਰੋਕਿਆ ਗਿਆ। ਸੁੱਖਾ ਜੀ, ਬੜਾ ਮੁਸ਼ਕਲ ਹੁੰਦਾ ਕਿਸਾਨ ਵਾਸਤੇ, ਆਪੇ ਫਸਲ ਲਾ ਕੇ ਆਪੇ ਉਸ ਨੂੰ ਵਾਹਣਾ ਇੱਕ ਭਿਆਨਕ ਬਿਮਾਰੀ ਕਾਰਨ। ਕਿੰਨਾ ਮੁਸ਼ਕਲ, ਤੁਸੀਂ ਤਾਂ ਆਪ ਕਿਸਾਨ ਹੋ। ਬੜਾ ਮੁਸ਼ਕਲ ਹੈ ਹਰਤੇਜ ਜੀ। ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਕਰਦੇ, ਤੁਸੀਂ ਲੋਕਾਂ ਨੂੰ ਵੀ ਜਾਗਰਤ ਕਰਦੇ, ਸਰਕਾਰਾਂ ਨੂੰ ਵੀ ਸਮੇਂ-ਸਮੇਂ ਤੇ ਜਗਾਉਂਦੇ ਰਹਿੰਦੇ ਹੋ। ਸੋ ਤੁਹਾਡੇ ਜਗਾਉਣ ਦੇ ਕਾਰਨ ਸਾਡੇ ਕੈਬਨਿਟ ਮੰਤਰੀ ਪੰਜਾਬ ਦੇ ਵਜ਼ੀਰ ਬੀਬੀ ਅਨਮੋਲ ਗਗਨ ਜੀ, ਉਹਨਾਂ ਨੇ ਵੀ ਵਿਸ਼ੇਸ਼ ਦੌਰਾ ਕੀਤਾ ਹੈ ਥੋੜ੍ਹੇ ਦਿਨ ਪਹਿਲਾਂ ਪਿੰਡ ਫਿਰੋਜ਼ਪੁਰ ਵਿਖੇ। ਸੋ ਅਸੀਂ ਉਹਨਾਂ ਦਾ ਧੰਨਵਾਦ ਵੀ ਕਰਦੇ ਹਾਂ। ਚਲੋ ਉਹਨਾਂ ਨੇ ਆ ਕੇ ਲੋਕਾਂ ਦਾ ਦੁੱਖ ਤਾਂ ਸੁਣਿਆ। ਸੋ ਸਾਨੂੰ ਉਮੀਦਾਂ ਨੇ, ਕਿਉਂਕਿ ਕਿਸਾਨ ਦਾ ਸਾਰਾ ਜਿਹੜਾ ਕਾਰੋਬਾਰ ਹੈ ਉਹ ਖੇਤੀ ਤੇ ਹੈ। ਬੱਚੇ ਪੜ੍ਹਾਉਣੇ, ਵਿਆਹ ਕਰਨੇ, ਕੋਈ ਵੀ ਕਾਰੋਬਾਰ ਹੈ, ਡੰਗਰ ਪਸ਼ੂ ਲਿਆਉਣਾ, ਸਾਰਾ ਖੇਤੀ ਤੇ ਹੈ। ਸੋ ਇਹ ਤੀਜੀ ਵਾਰ ਇੱਕ ਇਹੋ ਜਿਹਾ ਕੰਮ ਹੋਇਆ। ਇਹ ਪਹਿਲਾਂ ਦੇਖੋ ਕਣਕ ਦੀ ਫਸਲ ਤਬਾਹ ਹੋ ਗਈ ਤੇ ਉਹ ਤੋਂ ਬਾਅਦ ਵਿੱਚ ਆ ਲਿੰਪੀ ਸਕਿਨ ਜਿਹੜੀ ਬਿਮਾਰੀ ਚੱਲੀ ਹੈ। ਜਿਹੜਾ ਕਿਸਾਨ ਦਾ ਪੁੱਤ ਦੁੱਧ ਦਾ ਕੰਮ ਕਰਦਾ, ਕਾਰੋਬਾਰ ਕਰਦਾ ਸੀ, ਉਹਦੇ ਕਾਰਨ ਗਾਵਾਂ ਮਰ ਗਈਆਂ ਸਾਰਿਆਂ ਦੀਆਂ, ਫਾਰਮਾਂ ਦੇ ਫਾਰਮ ਖਾਲੀ ਹੋ ਗਏ। ਸੋ ਹੁਣ ਅਜਾ ਲੋਕ ਉੱਠਣ ਦੇ ਉਹਦੇ ਵਿੱਚ ਅਸੀਂ ਵੀ ਕਿ ਉੱਭਰਾਂਗੇ ਉੱਪਰ ਨੂੰ, ਚਲੋ ਜੀਰੀ ਦੇ ਨਾਲ ਬਰਾਬਰ ਹੋ ਜਾਾਂਗੇ। ਇਹ ਹੁਣ ਜੀਰੀ ਦੀ ਬਿਮਾਰੀ ਪੈ ਕੇ ਜਿਵੇਂ ਬਰਬਾਦ। ਬੀਜਾਂ 'ਚ ਪ੍ਰੋਬਲਮ ਲੱਗੀ ਹੈ ਜਾਂ ਸਪਰੇਹਾਂ 'ਚ ਕੰਮ ਨਹੀਂ ਕਰ ਰਹੀਆਂ? ਕਾਰਨ ਕੀ ਲੱਗਦਾ? ਕਿਉਂਕਿ ਬੜੀ ਬੜੀ ਯੂਨੀਵਰਸਿਟੀਆਂ ਬਣੀਆਂ ਹੋਈਆਂ ਨੇ ਖੇਤੀਬਾੜੀ ਦੀਆਂ, ਉੱਥੇ ਵੀ ਇਹਦਾ ਜਿਹੜਾ ਕੋਈ ਇਲਾਜ ਨਹੀਂ ਲੱਭ ਸਕਦੀਆਂ ਜੀ ਯੂਨੀਵਰਸਿਟੀਆਂ। ਹਰਤੇਜ ਜੀ, ਇਹੀ ਤਾਂ ਗੱਲ ਤੇ ਅਫਸੋਸ ਹੈ ਕਿ ਸਰਕਾਰ ਨੇ ਵੱਡੇ ਵੱਡੇ ਅਫਸਰ, ਵੱਡੇ ਵੱਡੇ ਇੰਟੈਲੀਜੈਂਟ ਬਿਠਾਲੇ ਹੋਏ ਨੇ ਕਿ ਫਸਲਾਂ ਦੀ ਸਾਂਭ ਸੰਭਾਲ ਵਾਸਤੇ, ਦਵਾਈਆਂ ਵਾਸਤੇ, ਸਪਰੇਹਾਂ ਵਾਸਤੇ, ਤੇ ਉਹ ਬਾਰ-ਬਾਰ ਦੱਸਦੇ ਵੀ ਨੇ, ਪਰ ਉਹਨਾਂ ਨੂੰ ਨਹੀਂ ਸਮਝ ਆ ਰਹੀ ਹੈ ਵੀ ਕਿ ਜੀਰੀ ਦਾ ਇਹਦੀ ਰੋਕਥਾਮ ਕੀ, ਵੀ ਬਿਮਾਰੀ ਕੀ ਹੈ ਇਹ, ਇਹਦੀ ਰੋਕਥਾਮ ਕਿੱਦਾਂ ਹੋਊਗੀ। ਸੋ ਲੋਕਾਂ ਨੂੰ ਉਹ ਜਿੱਦਾਂ ਕੋਈ ਧੱਕੇ ਤੋਂ ਮਤਲਬ ਟੀਕਾ ਲਵਾ ਕੇ ਦੇਖਦੇ ਵੀ ਇਹ ਤੇ ਆਰਾਮ ਆ ਜਾਊਗਾ, ਇਹ ਤੇ ਆਰਾਮ ਆ ਜਾਊਗਾ, ਇੱਦਾਂ ਉਹ ਸਪਰੇਹਾਂ ਦੱਸੀ ਜਾਂਦੇ, ਜ਼ਿਮੀਂਦਾਰ ਸਪਰੇਹਾਂ ਕਰੀ ਜਾਂਦਾ, ਪਰ ਉਹਦਾ ਕੋਈ ਫਸਲ ਤੇ ਮਤਲਬ ਅਸਰ ਨਹੀਂ ਹੋਇਆ ਹੈਗਾ। ਫਸਲ ਸਗੋਂ ਬਰਬਾਦ ਹੋਈ ਹੈ ਸਗੋਂ ਉਹਦੇ ਨਾਲ। ਬਿਲਕੁਲ, ਤੁਸੀਂ ਦੇਖੋ ਕਿ ਕਿਸਾਨਾਂ ਨੇ ਬਹੁਤ ਸਪਰੇਆਂ ਕੀਤੀਆਂ, ਬਹੁਤ ਕੁਛ ਪਾ ਕੇ ਦੇਖ ਲਿਆ, ਜਿੱਥੋਂ ਪਤਾ ਲੱਗਦਾ ਕਿ ਇੱਥੋਂ ਇਸ ਨਾਲ ਠੀਕ ਹੋ ਜਾਏਗੀ ਉਹ ਵੀ ਕੰਮ ਕਰਕੇ ਦੇਖ ਲਿਆ। ਦਰਸ਼ਨ ਜੀ, ਦੱਸਿਆ ਜਾ ਰਿਹਾ ਕਈ ਕਿਸਾਨਾਂ ਵੱਲੋਂ ਸਾਡੇ ਕੋਲ ਲਿਸਟਾਂ ਵੀ ਭੇਜੀਆਂ, ਫੋਟੋਆਂ ਭੇਜੀਆਂ ਕਿ ਅਸੀਂ 15-15, 20-20 ਹਜ਼ਾਰ ਦੀਆਂ ਸਪਰੇਆਂ ਕਰਨੀਆਂ, ਕਿ ਜੋ ਸਾਨੂੰ ਝੋਨੇ ਤੋਂ ਕਿੱਲੇ ਦੀ ਆਸ ਸੀ ਕਿ ਇੰਨਾ ਝੋਨਾ ਨਿਕਲ ਜਾਏਗਾ, ਉਨੀ ਤਾਂ ਅਸੀਂ ਸਪਰੇਆਂ ਕਰ ਲਈਆਂ। ਕਿੰਨਾ ਕੁ ਮੁਸ਼ਕਲ ਹੁੰਦਾ ਹੈ, ਕਿਉਂਕਿ ਕਰਜ਼ੇ ਚੱਕ ਕੇ ਕਿਸਾਨਾਂ ਵੱਲੋਂ ਝੋਨਾ ਲਾਣਾ, ਸਪਰੇਆਂ ਲੈਣੀਆਂ। ਮੁਸ਼ਕਲ ਤਾਂ ਹੁਣ ਜਿਵੇਂ ਕਹੇ ਕਰਦੇ ਵੀ ਉਹ ਗਾਣੇ ਵਾਲੇ ਨੇ ਵੀ ਕਿਹਾ ਸੀਗਾ ਵੀ ਜੱਟ ਦੀ ਪੱਕੀ ਫਸਲ ਤੇ ਜਿਵੇਂ ਗੜੇ ਪੈ ਗਏ, ਉਹ ਗੱਲ ਕਿਸਾਨਾਂ ਤੇ ਬਿਲਕੁਲ ਢੁਕਦੀ ਹੈ। ਇੰਨੀ ਮੁਸ਼ਕਲ ਹੈ ਜਿਵੇਂ ਮਤਲਬ ਇੱਕ ਜਵਾਨ ਪੁੱਤ ਮਰ ਜਾਂਦਾ ਹੈ, ਉਹਦੇ ਬਰਾਬਰ ਹੀ ਫਸਲ ਵਾਹੁਣ ਦੇ ਬਰਾਬਰ ਹੁੰਦੀ ਹੈ। ਬਿਲਕੁਲ। ਤੇ ਬਾਬਾ ਜੀ ਕੀ ਕਹੋਗੇ, ਤੁਸੀਂ ਵੀ ਇੱਥੇ ਵਾਹੁਣ ਲਈ ਮਜਬੂਰੇ ਹੋ ਗਏ ਅੱਜ? ਹਾਂਜੀ ਹਾਂ, ਹੋਰ ਇਹਦੇ ਵਿੱਚ ਤਾਂ ਹੁਣ ਬਹੁਤ ਕਿਸਾਨ ਜਿਹੜਾ ਵਿਪਤਾ ਦੇ ਵਿੱਚ ਫਸਿਆ ਹੋਇਆ,
ਵੀ ਸਰਕਾਰ ਜੇ ਹੁਣ ਇਹਦੀ ਬਾਂਹ ਨਹੀਂ ਫੜਦੀ ਤਾਂ ਇਹਦੇ ਵਿੱਚ ਸਰਕਾਰ ਕਹਿੰਦੀ ਅਸੀਂ ਖੁਦਕੁਸ਼ੀਆਂ ਰੋਕਣਾ, ਕਿਸ ਤਰ੍ਹਾਂ ਰੋਕਣਗੇ ਖੁਦਕੁਸ਼ੀਆਂ? ਜਿਹੜਾ ਇੱਕ ਆੜ੍ਹਤੀ ਹੈ ਉਹ ਵੀ ਅੱਜ ਪੈਸਾ ਦੇਣ ਨੂੰ ਕਿਸਾਨ ਨੂੰ ਤਿਆਰ ਨਹੀਂ, ਕਿਉਂਕਿ ਉਹਨੂੰ ਪਤਾ ਵੀ ਫਸਲ ਇਹਦੇ ਕੋਲ ਹੈ ਨਹੀਂ, ਮੇਰਾ ਬਿਮਾਰੀ ਪੈ ਗਈ ਝੋਨੇ ਦੀ ਫਸਲ। ਹਾਂ, ਵੀ ਮੇਰਾ ਪੈਸਾ ਜਿਹੜਾ ਮੁੜਨਾ ਕਿੱਥੋਂ ਹੈ? ਇਸ ਕਰਕੇ ਸਰਕਾਰ ਨੂੰ ਤਾਂ ਸਾਡੀ ਇਹ ਬਹੁਤ ਪੁਰਜ਼ੋਰ ਬੇਨਤੀ ਹੈ ਵੀ ਸਰਕਾਰ ਕਿਸਾਨਾਂ ਦੀ ਬਾਂਹ ਫੜੇ ਤਾਂ ਕਿ ਜਿਹੜਾ ਕਿਸਾਨ ਹੈ ਇਹ ਆਪਣੀ ਹਾਲਤ ਹੈ ਜਿਹੜੀ ਸੁਧਾਰ ਸਕੇ। ਬਿਲਕੁਲ, ਬਹੁਤ ਵੱਡੀ ਗੱਲ ਹੈ ਕਿ ਦੇਖੋ ਸਰਕਾਰ ਨੂੰ ਚਾਹੀਦਾ ਹੈ ਤੇ ਬਾਈ ਜੀ ਆਸ ਲੱਗਦੀ ਹੈ ਨਵੀਂ ਸਰਕਾਰ ਤੇ, ਕਿਉਂਕਿ ਕੱਲ ਵੀ ਮੰਤਰੀ ਸਾਹਿਬ ਵੀ ਆ ਕੇ ਗਏ, ਹਲਕੇ ਦੇ ਵਿੱਚ ਦੌਰਾ ਕੀਤਾ, ਤਹਿਸੀਲਦਾਰ ਪਟਵਾਰੀ ਐਸਡੀਐਮ ਸਾਹਿਬ ਨੂੰ ਹਦਾਇਤਾਂ ਦਿੱਤੀਆਂ ਨੇ। ਤੁਹਾਡੇ ਪਿੰਡ ਦੇ ਅੱਜ 10-12 ਕਿਸਾਨ ਆਖਰ ਨੂੰ ਫਿਰ ਬਾਣ ਲਈ ਮਜਬੂਰ ਹੋ ਗਏ। ਅਸੀਂ ਆਸ ਰੱਖਦੇ ਹਾਂ ਨਵੀਂ ਸਰਕਾਰ ਤੇ, ਅਨਮੋਲ ਗਗਨ ਤੇ, ਜੋ ਆਪਣੀ ਐਮਐਲਏ ਹੈ ਆਪਣਾ ਖਰੜ ਹਲਕੇ ਦੀ, ਵੀ ਉਹ ਸਾਡੀ ਜ਼ਰੂਰ ਸੁਣੂਗੀ। ਵੀ ਸਰਕਾਰ ਉਹਨੂੰ ਅਨਮੋਲ ਗਗਨ ਨੂੰ ਜੋ ਭਗਵੰਤ ਮਾਨ ਹੈ ਉਹਦੇ ਤੱਕ ਹਾਈਲਾਈਟ ਗੱਲ ਕਰ ਦੇਣੀ ਚਾਹੀਦੀ ਹੈ ਵੀ ਦੇਖੋ ਪਹਿਲਾਂ ਸਾਡੇ ਪਿੰਡ ਦੇ ਵਿੱਚ ਗਾਵਾਂ ਬਹੁਤ ਮਰ ਗਈਆਂ ਤੇ ਬਲਦ ਮਰ ਗਏ ਆ, ਬਾਕੀ ਹੁਣ ਪੁੱਤਾਂ ਵਾਂਗੂ ਪਾਲੀ ਹੋਈ ਫਸਲ ਨੂੰ ਅਸੀਂ ਵਾਹੁਣ ਨੂੰ ਮਜਬੂਰ ਹੋ ਗਏ। ਅਸੀਂ 35-40 ਹਜ਼ਾਰ ਰੁਪਏ ਕਿੱਲੇ ਦੇ ਲੈ ਕੇ 20-25 ਹਜ਼ਾਰ ਰੁਪਇਆ ਲਾ ਕੇ ਖਰਚਾ ਕਰਕੇ ਅੱਜ ਅਸੀਂ ਮਜਬੂਰ ਹੋਏ ਬੈਠੇ ਹਾਂ। ਘਰਾਂ ਤੋਂ ਨਿਕਲਣ ਨੂੰ ਜੀ ਨਹੀਂ ਕਰਦਾ ਹੈਗਾ ਵੀ ਅਸੀਂ ਘਰਾਂ ਤੇ ਨਿਕਲ ਕੇ ਕਿਵੇਂ ਅਸੀਂ ਬਾਹਰ ਲੋਕਾਂ ਨੂੰ ਆਪਣੀ ਸ਼ਕਲ ਦਿਖਾਈਏ। ਇੱਕ ਦੂਜੇ ਦੀ ਫਸਲ ਨੂੰ ਦੇਖ ਕੇ ਬੜਾ ਮਨ ਤੰਗ ਹੁੰਦਾ ਹੈ ਵੀ ਇਹਦੀ ਤਾਂ ਫਸਲ ਖਰਾਬ ਹੋਈ ਆ ਤਾਂ ਗੱਲ ਮੇਰੀ ਵੀ ਖਰਾਬ ਹੋ ਗਈ। ਇਹ ਬਾਕੀ ਜਿਹੜੀਆਂ ਸਰਕਾਰਾਂ ਨੂੰ ਇਹ ਸਾਡੀ ਬੇਨਤੀ ਹੈ ਵੀ ਜਿੱਥੋਂ ਇਹ ਬੀਜ ਆਇਆ ਹੈ ਉਹ 'ਤੇ ਛਾਪਾਮਾਰੀ ਕਰਨੀ ਚਾਹੀਦੀ ਹੈ, ਪਤਾ ਕਰਨਾ ਚਾਹੀਦਾ ਵੀ ਇਹ ਬੀਜ ਵਿੱਚ ਕੋਈ ਵਾਇਰਸ ਤਾਂ ਜਾਂ ਕਿਆ ਕਹਿੰਦੇ ਸਾਡੀ ਧਰਤੀ 'ਚ ਕੋਈ ਵਾਇਰਸ ਹੋ ਗਿਆ। ਸਰਕਾਰ ਨੂੰ ਅਸੀਂ ਇਹ ਮੰਗ ਕਰ ਰਹੇ ਹਾਂ। ਠੀਕ ਹੈ, ਬਿਲਕੁਲ ਬਹੁਤ ਵੱਡੀ ਗੱਲ ਹੈ। ਦੇਖੋ ਦੋਨੇ ਚੀਜ਼ਾਂ ਨੇ, ਜਾਂ ਤਾਂ ਫਿਰ ਬੀਜ 'ਚ ਪ੍ਰੋਬਲਮ ਹੈ ਜਾਂ ਫਿਰ ਕਿਤੇ ਨਾ ਕਿਤੇ ਖੇਤਾਂ 'ਚ ਹੀ ਆ ਕੇ ਕੋਈ ਵਾਇਰਸ ਆ ਗਿਆ, ਦਾ ਕੀੜਾ ਲੱਗ ਗਿਆ ਕਿ ਜਿਹੜਾ ਫਸਲਾਂ ਖਰਾਬ ਹੋ ਰਹੀਆਂ ਨੇ। ਪਰ ਫਸਟ ਵਾਰੀ ਹੋਇਆ ਦੱਸਿਆ ਜਾ ਰਿਹਾ, ਪਹਿਲਾਂ ਨਹੀਂ ਕਦੇ ਇਹ ਪ੍ਰੋਬਲਮ ਆਈ, ਪਰ ਹੁਣ ਨਵਾਂ ਜਿਹੜਾ ਵਾਇਰਸ ਆ, ਜਿਵੇਂ ਕਰੋਨਾ ਮਹਾਮਾਰੀ ਦਾ ਵਾਇਰਸ ਆਇਆ, ਉਸ ਤੋਂ ਬਾਅਦ ਗਾਵਾਂ ਦੇ ਵਿੱਚ ਲੰਪੀ ਸਕਿਨ ਦੀ ਬਿਮਾਰੀ ਆਈ, ਫਿਰ ਉਸ ਤੋਂ ਬਾਅਦ ਹੁਣ ਇਹ ਜਾ ਕੇ ਝੋਨੇ ਦੇ ਵਿੱਚ ਵੜ ਗਿਆ। ਤਾਂ ਸਰਕਾਰ ਤੋਂ ਵੱਡੀ ਆਸ, ਜਿਹੜੀ ਨਵੀਂ ਸਰਕਾਰ ਤੋਂ ਆਸ ਰੱਖੀ ਬੈਠੇ ਕਿਸਾਨ ਕਿ ਜਿਹੜੀਆਂ ਸਰਕਾਰਾਂ ਪਹਿਲੀਆਂ ਕੁਛ ਨਹੀਂ ਕਰ ਸਕੀਆਂ, ਨਵੀਂ ਸਰਕਾਰ ਇੱਕ ਨਵੀਂ ਪਹਿਲ ਕਿਸਾਨਾਂ ਵਾਸਤੇ ਕਰੇਗੀ, ਇਹਨਾਂ ਦੀ ਆ ਕੇ ਬਾਂਹ ਫੜੇਗੀ। ਦੇਖਦੇ ਆ ਕਿ ਹੁਣ ਅਨਮੋਲ ਗਗਨ ਮੰਤਰੀ ਨੇ ਕੱਲ ਪਰਸੋਂ ਵੀ ਹਲਕੇ ਦੇ ਵਿੱਚ ਆ ਕੇ ਗਏ ਸੀ, ਤਾਂ ਹੁਣ ਇਹ 10-12 ਕਿਸਾਨ ਤੁਹਾਡੀ ਉਡੀਕ ਕਰ ਰਹੇ ਨੇ, ਤੁਹਾਨੂੰ ਵੀ ਬੁਲਾ ਰਹੇ ਨੇ ਕਿ ਸਾਡੇ ਵੀ ਇਸ ਜਿਹੜੇ ਫਸਲਾਂ ਦਾ ਮੁਆਵਜ਼ਾ ਮਿਲੇ। ਤਾਂ ਹੁਣ ਦੇਖਦੇ ਆ ਕਦੋਂ ਮੰਤਰੀ ਸਾਹਿਬ ਪਹੁੰਚਦੇ ਨੇ, ਕਦੋਂ ਇੱਥੇ ਅਧਿਕਾਰੀ ਪਹੁੰਚਦੇ ਨੇ। ਹੋਰ ਖਬਰਾਂ ਦੇਖਣ ਲਈ ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਕਰਿਓ, ਇਸ ਖਬਰ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ। ਤੁਹਾਨੂੰ ਕਹਿਣਾ ਸਮਝ ਦੇ ਨਾਲ ਆਲ ਵਰਲਡ ਓਪਨ ਚੈਲੰਜ 21 ਮਿੰਟਾਂ ਦੇ ਵਿੱਚ ਪਾਓ ਹੁਣ ਹਰ ਸਮੱਸਿਆ ਦਾ ਸਮਾਧਾਨ। ਗੁਰੂ ਅਕਬਰ ਜੀ। ਸਮੱਸਿਆ ਜਿਵੇਂ ਕਿ ਨੌਕਰੀ, ਕਾਰੋਬਾਰ, ਗ੍ਰਹਿ ਕਲੇਸ਼, ਸੌਤਨ ਦੁਸ਼ਮਣ ਤੋਂ ਛੁਟਕਾਰਾ, ਤਰੱਕੀ, ਪ੍ਰੇਮ ਵਿਆਹ, ਫਿਲਮ, ਵਿਦੇਸ਼ ਯਾਤਰਾ, ਲਾਟਰੀ ਨੰਬਰ, ਪਤੀ ਪਤਨੀ ਦੇ ਵਿੱਚ ਅਣਬਣ, ਮਨਚਾਹਿਆ ਵਸ਼ੀਕਰਨ ਕਰਵਾਓ, ਜ਼ਮੀਨ ਜਾਇਦਾਦ, ਤਲਾਕ, ਕੋਰਟ ਕੇਸ, ਮੁੱਠ ਕਰਨੀ। ਪਤਾ ਲੁਧਿਆਣਾ। ਮਿਲੋ ਜਾਂ ਫੋਨ ਕਰੋ 98 786 32 838।